Hello, everybody. We all online. Okay, this is live now. Okay. All right. Thank you, everyone. ਤੁਹਾਡੇ ਸਾਰਿਆਂ ਦੇ ਕੁਐਸਚਨਸ ਲਈ ਥੈਂਕ ਯੂ ਸੋ ਮੱਚ। ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਟਾਈਮ ਟੂ ਟਾਈਮ ਜਦੋਂ ਵੀ ਸਾਡਾ ਟਾਈਮ ਲੱਗਦਾ ਵਾ ਸਪੈਸ਼ਲੀ ਜਿਵੇਂ ਕਿ ਪਹਿਲਾਂ ਥਰਸਡੇ ਨੂੰ ਅਸੀਂ ਪ੍ਰੋਮਿਸ ਕੀਤਾ ਹੋਇਆ ਕਿ ਅਸੀਂ ਲਾਈਵ ਸੈਸ਼ਨ ਕਰਕੇ ਕਿਸੇ ਨਾ ਕਿਸੇ ਕੁਐਸਚਨ ਦਾ ਜਵਾਬ ਦਿਆ ਕਰਾਂਗੇ। ਐਂਡ ਅੱਜ ਜਿਹੜਾ ਸਾਨੂੰ ਕੁਐਸਚਨ ਆਇਆ ਵਾ ਉਹ ਆਇਆ ਕਿ ਮੇਰੀ ਕੌਨਸਟੈਂਟਲੀ ਆਪਣੀ ਮਦਰ ਇਨ ਲਾ ਨਾਲ ਫਾਈਟ ਹੁੰਦੀ ਐਂਡ ਕੌਨਸਟੈਂਟਲੀ ਸਾਡੇ 'ਚ ਬਹੁਤ ਜ਼ਿਆਦਾ ਆਰਗੂਮੈਂਟ ਹੁੰਦੀ ਆ। ਸੋ ਉਹਨਾਂ ਨੇ ਕੁਐਸਚਨ ਬੜਾ ਡੀਟੇਲ ਦੇ ਵਿੱਚ ਨਹੀਂ ਲਿਖਿਆ, ਸਿਰਫ ਇੰਨਾ ਹੀ ਲਿਖਿਆ ਐਂਡ ਮੈਂ ਕੋਸ਼ਿਸ਼ ਕਰੂੰਗੀ ਕਿ ਮੈਂ ਉਹਨੂੰ ਉਸ ਟੌਪਿਕ ਨੂੰ ਟੈਕਲ ਕਰ ਸਕੀਏ। ਸੋ ਜੀ ਹਾਂ ਐਂਡ ਇਹ ਜਿਹੜਾ ਜਿਸ ਟੌਪਿਕ 'ਤੇ ਅਸੀਂ ਡਿਸਕਸ ਕਰ ਸਕਦੇ, ਲੜਾਈ ਸਾਡੀ ਕਿਸੇ ਨਾਲ 'ਤੇ ਵੀ ਤੁਸੀਂ ਅਪਲਾਈ ਕਰ ਸਕਦੇ ਹੋ। ਤੁਸੀਂ ਆਪਦੇ ਸਪਾਊਸ 'ਤੇ ਵੀ ਅਪਲਾਈ ਕਰ ਸਕਦੇ ਹੋ, ਤੁਸੀਂ ਆਪਦੇ ਬੱਚੇ 'ਤੇ ਵੀ ਅਪਲਾਈ ਕਰ ਸਕਦੇ ਹੋ, ਤੁਸੀਂ ਆਪਦੇ ਫਰੈਂਡ 'ਚ ਵੀ ਸਪਲਾਈ ਕਰ ਸਕਦੇ ਹੋ, ਬੇਸਿਕਲੀ ਅਪਲਾਈ ਕਰ ਸਕਦੇ ਜਿੱਥੇ ਵੀ ਤੁਹਾਡਾ ਇੰਟੀਮੇਟ ਕਨੈਕਸ਼ਨ ਹੈ, ਜਿੱਥੇ ਵੀ ਤੁਹਾਡਾ ਇੱਕ ਇਮੋਸ਼ਨਲ ਕਨੈਕਸ਼ਨ ਹੈ, ਇਮੋਸ਼ਨਲ ਤੁਹਾਡੀ ਤੁਸੀਂ ਰਿਸ਼ਤੇ ਦੇ ਵਿੱਚ ਜੁੜੇ ਹੋਏ ਹੋ। ਸੋ ਉੱਥੇ ਤੁਸੀਂ ਇਹ ਅਪਲਾਈ ਕਰ ਸਕਦੇ ਹੋ। ਸੋ ਮੇਰੀ ਕੌਨਸਟੈਂਟਲੀ ਉਹਨਾਂ ਨੇ ਲਿਖਿਆ ਕਿ ਮੇਰੀ ਮਦਰ ਨਾਲ ਫਾਈਟ ਹੁੰਦੀ ਹੈ ਐਂਡ ਬਹੁਤ ਜ਼ਿਆਦਾ ਸਾਡੇ 'ਚ ਆਰਗੂਮੈਂਟਸ ਹੁੰਦੀਆਂ ਵਾ। ਸੋ ਸਭ ਤੋਂ ਪਹਿਲਾਂ ਤਾਂ ਜਿਵੇਂ ਅਸੀਂ ਹਮੇਸ਼ਾ ਤੋਂ ਇਹੀ ਸਿੱਖਿਆ ਵਾ ਕਿ ਜਦੋਂ ਸਾਡੀ ਬਾਡੀ ਸੋ ਬੇਸਿਕਲੀ ਹੁੰਦਾ ਹੋਊਗਾ ਕਿ ਤੁਹਾਡੀ ਮਦਰ ਨਾਲ ਕੋਈ ਚੀਜ਼ ਤੁਹਾਨੂੰ ਕਹਿੰਦੀ ਹੋਊਗੀ, ਕੋਈ ਗੱਲ ਕਹਿੰਦੀ ਹੋਊਗੀ ਜਿਹਦੇ ਨਾਲ ਤੁਹਾਡੇ ਅੰਦਰ ਇੱਕ ਬਾਡੀ ਦੇ ਵਿੱਚ ਟ੍ਰਿਗਰਿੰਗ ਸਟਾਰਟ ਹੁੰਦੀ ਹੋਊਗੀ। ਨਾਰਮਲੀ ਜਦੋਂ ਅਸੀਂ ਆਪਣੇ ਪਾਰਟਨਰ ਨਾਲ ਵੀ ਹੁੰਦਾ ਵਾ ਜਾਂ ਸਾਡੇ ਬੱਚੇ ਨਾਲ ਵੀ ਹੁੰਦਾ, ਕਈ ਚੀਜ਼ਾਂ, ਕਈ ਮਾਨਸਿਕ ਜ਼ਖਮ ਸਾਡੇ ਵਿੱਚ ਇੰਨੇ ਸਾਡੇ ਉੱਤੇ ਹੁੰਦੇ ਆ ਕਿ ਜਦੋਂ ਕੋਈ ਇਨਸਾਨ ਉਸ ਮਾਨਸਿਕ ਜ਼ਖਮ ਨੂੰ ਟੱਚ ਕਰਦਾ, ਜਦੋਂ ਕਈ ਵਾਰ ਕੋਈ ਇਨਸਾਨ ਸਾਨੂੰ ਇਹੋ ਜਿਹੀ ਗੱਲ ਕਹਿ ਦਿੰਦਾ, ਉਹ ਬੇਸਿਕਲੀ ਸਾਡੀ ਇੱਕ ਮਾਨਸਿਕ ਜ਼ਖਮ 'ਤੇ, ਸਾਡੀ ਮਾਨਸਿਕ ਜ਼ਖਮ 'ਤੇ ਉਹ ਟੱਚ ਕਰਦਾ ਵਾ। ਸੋ ਜਦੋਂ ਸਾਡੇ ਉਹ ਮਾਨਸਿਕ ਜ਼ਖਮ ਨੂੰ ਟੱਚ ਕਰਨ ਦੀ ਕੋਸ਼ਿਸ਼ ਕਰਦਾ ਵਾ, ਉਦੋਂ ਸਾਡੇ 'ਚੋਂ ਟ੍ਰਿਗਰਿੰਗ, ਉਦੋਂ ਸਾਡੇ 'ਚੋਂ ਜਿਹੜਾ ਰਿਸਪੌਂਡ ਹੈ ਸਟਾਰਟ ਹੁੰਦਾ ਵਾ ਸਾਡੇ 'ਚੋਂ। ਸੋ ਇਹ ਬੜਾ ਜ਼ਰੂਰੀ ਹੈ ਸਭ ਤੋਂ ਪਹਿਲਾਂ ਤਾਂ ਇਹ ਨੋਟਿਸ ਕਰਨਾ। ਸੋ ਦੇਖੋ ਜਿਹੜਾ ਸਿਨੈਰੀਓ ਅਸੀਂ ਡਿਸਕਸ ਕਰਦੇ ਹਾਂ, ਇਹਦੇ ਵਿੱਚ ਅਸੀਂ ਇਹ ਦੇਖਣਾ ਕਿ ਸਾਡਾ ਰੋਲ ਕੀ ਆ। ਮੋਸਟ ਆਫ ਦਾ ਟਾਈਮ ਜਦੋਂ ਕਾਉਂਸਲਿੰਗ ਸੈਸ਼ਨ ਦੇ ਵਿੱਚ ਲੋਕ ਮੇਰੇ ਕੋਲ ਆਉਂਦੇ ਆ ਤਾਂ ਕਈ ਵਾਰ ਕਿਸੇ ਨੂੰ ਵਾਈਫ ਦੀ ਪ੍ਰੋਬਲਮ ਹੁੰਦੀ, ਕਈ ਵਾਰ ਕਿਸੇ ਨੂੰ ਹਸਬੈਂਡ ਦੀ ਪ੍ਰੋਬਲਮ ਹੁੰਦੀ ਹੈ, ਕਈ ਵਾਰ ਕਿਸੇ ਨੂੰ ਬੱਚੇ ਦੀ ਪ੍ਰੋਬਲਮ ਹੁੰਦੀ ਹੈ, ਕਈ ਵਾਰ ਕਿਸੇ ਨੂੰ ਰਿਸ਼ਤੇਦਾਰ ਦੀ ਪ੍ਰੋਬਲਮ। ਸੋ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਜੋ ਵੀ ਉਹਨਾਂ ਨੂੰ ਹੁੰਦੀ ਆ, ਹੁੰਦਾ ਕੀ ਆ ਕਿ ਦੋ ਇਨਸਾਨਾਂ ਦਾ ਜਿਹੜਾ ਸਾਡਾ ਕੋਆਪਰੇਸ਼ਨ ਆ, ਕੋਈ ਵੀ ਸਿਚੁਏਸ਼ਨ ਆ, ਕੋਈ ਵੀ ਸਰਕਮਸਟੈਂਸਸ ਆ ਜਿਹੜਾ ਅਸੀਂ ਕ੍ਰੀਏਟ ਕਰਦੇ ਹਾਂ, ਉਹ ਇੱਕ ਪਾਰਟਿਸਿਪੇਸ਼ਨ ਹੁੰਦੀ, ਦੋ ਲੋਕਾਂ ਦਾ ਹਿੱਸਾ ਹੁੰਦਾ ਕਿਸੇ ਨਾ ਕਿਸੇ ਤਰੀਕੇ ਨਾਲ। ਅਸੀਂ ਆਪਦੇ ਹਿੱਸੇ ਨੂੰ ਪਛਾਣਨਾ, ਅਸੀਂ ਇਹ ਪਛਾਣਨਾ ਕਿ ਸਾਡਾ ਰੋਲ ਕੀ ਆ। ਸੋ ਜਿਹੜੀ ਇਹ ਸਿਚੁਏਸ਼ਨ ਦੇ ਵਿੱਚ ਆ, ਸਿਰਫ ਸਾਡਾ ਰੋਲ। ਮੋਸਟ ਆਫ ਦਾ ਟਾਈਮ ਜਦੋਂ ਅਸੀਂ ਲੜਾਈ ਦੇ ਵਿੱਚ ਟ੍ਰਿਗਰ ਹੋਏ ਹੁੰਦੇ ਹਾਂ, ਸਾਨੂੰ ਅਗਲੇ ਦੀ ਗਲਤੀ ਦਿੰਦੀ ਹੈ, ਸਾਨੂੰ ਅਗਲੇ ਦਾ ਰੋਲ ਦਿਖਦਾ, ਸਾਨੂੰ ਅਗਲੇ ਦਾ ਦਿਖਦਾ ਕਿ ਇਹਨੇ ਇਵੇਂ ਕਰਨਾ ਸੀ, ਇਹਨੇ ਐ ਨਹੀਂ ਸੀ ਕਰਨਾ, ਇਹਨੇ ਐ ਨਹੀਂ ਸੀ ਕਰਨਾ। ਐਂਡ ਇਹ ਵੈਰੀ ਨੋਰਮਲ ਆ, ਬਿਕਾਜ਼ ਅਸੀਂ ਬਚਪਨ ਤੋਂ ਇਹੀ ਚੀਜ਼ਾਂ ਸਿੱਖੀਆਂ। ਆਪਦੇ ਕੌਨਫਲਿਕਟ ਨੂੰ ਰੈਜ਼ੋਲੂਸ਼ਨ ਕਰਨ ਵਾਸਤੇ ਅਸੀਂ ਲੋਕਾਂ ਦੇ ਵਿੱਚ ਬਲੇਮ ਲੱਭਣਾ ਸਿੱਖਿਆ ਵਾ। ਸੋ ਅਸੀਂ ਆਪਣਾ ਰੋਲ ਵੇਖਣਾ ਕਿ ਸਾਡਾ ਇਸ ਲੜਾਈ ਦੇ ਵਿੱਚ, ਸਾਡਾ ਇਸ ਸਿਚੁਏਸ਼ਨ ਦੇ ਵਿੱਚ ਸਾਡਾ ਰੋਲ ਕੀ ਆ, ਅਸੀਂ ਕਿੱਦਾਂ ਉੱਭਰ ਕੇ ਆਉਣੇ ਆ। ਬਿਕਾਜ਼ ਜਦੋਂ ਸਾਡਾ ਰੋਲ ਬਦਲ ਜੂਗਾ, ਦੂਸਰੇ ਇਨਸਾਨ ਦਾ ਰੋਲ ਵੀ ਬਦਲ ਜੂਗਾ। ਚਾਹੇ ਰਿਸ਼ਤਾ ਤੁਹਾਡਾ ਬੱਚੇ ਨਾਲ, ਚਾਹੇ ਪਾਰਟਨਰ ਨਾਲ, ਚਾਹੇ ਕਿਸੇ ਵੀ ਦੋਸਤ ਮਿੱਤਰ ਨਾਲ, ਚਾਹੇ ਤੁਹਾਡੀ ਮਦਰ ਨਾਲ। ਅਸੀਂ ਕੀ ਪਾ ਰਹੇ ਹਾਂ, ਅਸੀਂ ਉਸ ਸਿਚੁਏਸ਼ਨ ਦੇ ਵਿੱਚ ਕੀ ਪਾ ਰਹੇ ਹਾਂ, ਸਾਡੇ ਵਿੱਚੋਂ ਕੀ ਜਾ ਰਿਹਾ ਵਾ, ਸਾਡੇ ਮੂੰਹ ਦੇ ਵਿੱਚੋਂ ਕੀ ਜਾ ਰਿਹਾ, ਸਾਡੇ ਦਿਮਾਗ ਦੇ ਵਿੱਚੋਂ ਕੀ ਜਾ ਰਿਹਾ। ਐਂਡ ਇਹ ਬੜੀ ਔਖੀ, ਕਹਿਣਾ ਬਹੁਤ ਸੌਖਾ ਪਰ ਇਹ ਬਹੁਤ ਬਹੁਤ ਔਖੀ ਪ੍ਰੋਸੈਸ ਆ। ਬਿਕਾਜ਼ ਮੈਂ ਇਹਨੂੰ ਪ੍ਰੈਕਟਿਸ ਕਰਨ ਦੀ ਕੋਸ਼ਿਸ਼ ਕਰਦੀ ਹਾਂ, ਨਾਟ ਈਜ਼ੀ। ਸੋ ਇਹ ਔਖੀ ਆ, ਇਹਨੂੰ ਔਖੀ ਮੰਨ ਕੇ, ਅਨਕੰਫਰਟੇਬਲ ਮੰਨ ਕੇ ਚੱਲੋ। ਸੋ ਜਦੋਂ ਵੀ ਸਾਡਾ ਕੋਈ ਇਨਸਾਨ, ਸਾਡੀ ਮਦਰ ਨਾਲ ਫੋਰ ਐਗਜ਼ਾਮਪਲ, ਜਿਵੇਂ ਇਹਨਾਂ ਨੇ ਕਲਾਇੰਟ ਨੇ ਲਿਖਿਆ ਵਾ ਕਿ ਜਦੋਂ ਵੀ ਸਾਡੀ ਮਦਰ ਨਾਲ ਕੋਈ ਚੀਜ਼ ਉਹਨਾਂ ਨੂੰ ਕਹਿੰਦੀ, ਸਾਡੇ ਅੰਦਰ ਇੱਕ ਟ੍ਰਿਗਰਿੰਗ ਸਟਾਰਟ ਹੁੰਦੀ, ਸਾਡੇ ਅੰਦਰ ਇੱਕ ਮਾਨਸਿਕ ਜ਼ਖਮ ਜਿਵੇਂ ਕਿਸੇ ਨੇ ਛੇੜ ਦਿੱਤਾ ਹੁੰਦਾ। ਐਂਡ ਉਦੋਂ ਕੀ ਹੁੰਦਾ, ਤੁਹਾਡੀ ਬਾਡੀ ਫਾਈਟ ਫਲਾਈਟ ਮੋਡ 'ਚ ਚਲੀ ਜਾਂਦੀ ਹੈ। ਉਹਨੂੰ ਅਸੀਂ ਮਾਨਸਿਕ ਐਮਰਜੈਂਸੀ ਕਹਿੰਦੇ ਹਾਂ। ਸੋ ਜਦੋਂ ਤੁਹਾਡੀ ਬਾਡੀ ਮਾਨਸਿਕ ਐਮਰਜੈਂਸੀ ਚਲੀ ਗਈ, ਸਾਨੂੰ ਕੀ ਸਿਖਾਇਆ ਗਿਆ, ਅਸੀਂ ਉਹ ਬਾਹਰ ਕਿਸੇ ਤਰੀਕੇ ਨਾਲ ਲੈਸ਼ ਆਊਟ, ਲੜਦੇ ਹਾਂ, ਉੱਚੀ ਬੋਲਦੇ ਹਾਂ, ਜਾਂ ਸਰੀਰਕ ਤੌਰ 'ਤੇ ਕਿਸੇ ਨੂੰ ਕਰਨ ਦੀ ਕੋਸ਼ਿਸ਼ ਕਰਦੇ, ਜਾਂ ਅਸੀਂ ਮਾਨਸਿਕ ਤੌਰ 'ਤੇ ਕਿਸੇ ਨੂੰ ਹਰਟ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸੋ ਸਭ ਤੋਂ ਪਹਿਲਾਂ ਅਸੀਂ ਆਪਦੇ ਵਿੱਚ ਉਹ ਟ੍ਰਿਗਰਿੰਗ ਪਛਾਣਨੀ ਆ ਕਿ ਜਦੋਂ ਉਹ ਇਨਸਾਨ ਮੇਰੇ ਨਾਲ ਇਹ ਕਹਿੰਦੀ ਆ, ਜਾਂ ਜਦੋਂ ਮੇਰੀ ਮਦਰ ਨਾਲ ਮੈਨੂੰ ਇਹ ਚੀਜ਼ ਕਹਿੰਦੀ ਆ, ਮੇਰੇ ਅੰਦਰ ਇੱਕ ਮਾਨਸਿਕ ਤਨ 'ਤੇ ਦੁੱਖ ਲੱਗਦਾ ਵਾ। ਮੇਰੀ ਬਾਡੀ ਇੱਕ ਐਮਰਜੈਂਸੀ ਸਟੇਟ 'ਚ ਆ ਜਾਂਦੀ, ਤੁਹਾਡੇ ਅੰਦਰ ਦਿਲ ਭਾਰਾ ਭਾਰਾ ਹੋ ਜਾਂਦਾ, ਜਾਂ ਐਂਗਜ਼ਾਇਟੀ ਆ ਜਾਂਦੀ, ਕਿਸੇ ਵੀ ਤਰੀਕੇ ਨਾਲ ਭਾਵ ਜ਼ਰੂਰ ਆਉਂਦੀ ਲੜਨ ਤੋਂ ਪਹਿਲਾਂ। ਕਿਉਂਕਿ ਇੱਦਾਂ ਨਹੀਂ ਸਾਨੂੰ ਲੜਾਈ ਆਉਂਦੀ, ਲੜਾਈ ਤੋਂ ਪਹਿਲਾਂ ਸਾਡੀ ਜਿਹੜੀ ਮਾਨਸਿਕ ਸਥਿਤੀ ਐਮਰਜੈਂਸੀ ਸਟੇਟ ਦੇ ਵਿੱਚ ਜਾਂਦੀ ਆ।
ਸੋ ਜਦੋਂ ਤੁਸੀਂ ਆਪਣੀ ਇਸ ਐਮਰਜੈਂਸੀ ਸਟੇਟ ਵਾਲੀ ਮਾਨਸਿਕ ਸਥਿਤੀ ਨੂੰ ਤੁਸੀਂ ਰੈਕਗਨਾਈਜ਼ ਕਰਨ ਲੱਗੇ ਕਿ ਹੁਣ ਮੇਰੇ ਅੰਦਰ ਮਾਨਸਿਕ ਐਮਰਜੈਂਸੀ ਆ ਚੁੱਕੀ ਆ, ਐਂਡ ਇਸ ਚੀਜ਼ ਨੂੰ ਮੈਂ ਸੋ ਆਪਦੀ ਮਾਨਸਿਕ ਐਮਰਜੈਂਸੀ ਨੂੰ ਤੁਸੀਂ ਸਕੈਨ ਕਰਨਾ, ਤੁਸੀਂ ਆਪਦੀ ਬਾਡੀ ਦੇ ਥਰੂ ਸਕੈਨ ਕਰਨਾ ਕਿ ਮੇਰੇ ਅੰਦਰ ਹੁਣ ਕੀ ਹੋ ਰਿਹਾ ਵਾ। ਸੋ ਫੋਰ ਐਗਜ਼ਾਮਪਲ ਤੁਸੀਂ ਕਹਿ ਸਕਦੇ ਮੇਰੇ ਅੰਦਰ ਐਂਗਜ਼ਾਇਟੀ ਹੋ ਰਹੀ ਆ, ਮੇਰੇ ਅੰਦਰ ਔਖਾਪਣ ਹੋ ਰਿਹਾ। ਆਪਣਾ ਮਕਸਦ ਇਹ ਹੈ ਕਿ ਉਹਦੇ ਵਿੱਚੋਂ ਅਸੀਂ ਰਿਐਕਟ ਨਹੀਂ ਕਰਨਾ, ਉਹਦੇ ਵਿੱਚੋਂ ਅਸੀਂ ਕੋਈ ਐਕਸ਼ਨ ਨਹੀਂ ਲੈਣਾ, ਬਿਕਾਜ਼ ਮੋਸਟ ਆਫ ਦਾ ਟਾਈਮ ਜਿਹੜੇ ਸਾਡੇ ਫਾਈਟ ਐਂਡ ਫਲਾਈਟ ਰਿਸਪੌਂਸ ਜਿਹੜੇ ਹੁੰਦੇ ਆ, ਜਿਹੜੇ ਸਾਡੀ ਐਮਰਜੈਂਸੀ ਦੇ ਵਿੱਚੋਂ ਗੱਲਾਂ ਕਹੀਆਂ ਗਈਆਂ ਜਾਂ ਐਕਸ਼ਨ ਲਏ ਗਏ, ਉਹ ਬੜੇ ਅਨਹੈਲਥੀ ਹੁੰਦੇ ਆ। ਜਿਵੇਂ ਕਿ ਲੜਾਈ ਇੱਕ ਆ। ਸੋ ਜਦੋਂ ਅਸੀਂ ਆਪਣੀ ਉਸ ਬਾਡੀ ਨੂੰ ਸਕੈਨ, ਬਿਕਾਜ਼ ਕਿਤੇ ਨਾ ਕਿਤੇ ਜਿਹੜੀ ਤੁਹਾਡੀ ਮਦਰ ਇਨ ਲਾ ਵਾ ਉਹ ਤੁਹਾਨੂੰ ਇੱਕ ਮਾਨਸਿਕ ਜ਼ਖਮ ਦਿਖਾ ਰਹੀ ਹੈ ਕਿ ਕਿਤੇ ਤੇਰੇ ਮਨ 'ਤੇ ਮਾਨਸਿਕ ਜ਼ਖਮ ਹੈ। ਐਂਡ ਮੋਸਟ ਆਫ ਦਾ ਟਾਈਮ ਮਾਨਸਿਕ ਜ਼ਖਮ ਸਾਡੇ ਪਿੱਛੋਂ ਆਉਂਦੇ, ਜਿਸ ਇਨਵਾਇਰਮੈਂਟ ਦੇ ਵਿੱਚ ਅਸੀਂ ਪਲੇ ਹਾਂ, ਜਿਸ ਇਨਵਾਇਰਮੈਂਟ ਦੇ ਵਿੱਚ ਸਾਡੀ ਪਰਵਰਿਸ਼ ਹੋਈ ਆ। ਐਂਡ ਮੇ ਬੀ ਦਿਸ ਇਜ਼ ਅ ਗੁੱਡ ਟਾਈਮ, ਤੁਸੀਂ ਆਪਦੇ ਬਚਪਨ ਦੇ ਵਿੱਚ ਜਾ ਸਕਦੇ ਹੋ ਨਾ, ਆਪਦੇ ਮਾਂ ਬਾਪ ਦੇ ਘਰ ਦੇ ਵਿੱਚ ਤੁਹਾਨੂੰ ਕਿਹੜੀਆਂ ਚੀਜ਼ਾਂ ਟ੍ਰਿਗਰ ਕਰਦੀਆਂ ਸੀ। ਕਿਤੇ ਤਾਂ ਨਹੀਂ ਕਿ ਇੱਦਾਂ ਨਹੀਂ ਕੋਈ ਕਈ ਵਾਰ ਜਦੋਂ ਹਰ ਇਨਸਾਨ ਤੁਹਾਨੂੰ ਟੋਕਦਾ ਸੀ ਤੁਹਾਡੀ ਇਹ ਬਿਕਾਜ਼ ਇਹ ਕਾਫੀ ਚੀਜ਼ਾਂ ਵਾ ਕਿ ਤੁਹਾਡੇ ਜਿਹੜੇ ਘਰ ਦੇ ਵਿੱਚ ਤੁਸੀਂ ਪਰਵਰਿਸ਼ ਕੀਤੀ ਹੋਈ ਆ, ਉਸ ਘਰ ਦੇ ਵਿੱਚ ਤੁਹਾਨੂੰ ਕਿਵੇਂ ਟਰੀਟ ਕੀਤਾ ਗਿਆ, ਉਸ ਘਰ ਦੇ ਵਿੱਚ ਤੁਸੀਂ ਲੋਕਾਂ ਨੂੰ ਟਰੀਟ ਹੁੰਦੇ ਕਿਵੇਂ ਦੇਖਿਆ, ਉਸ ਘਰ ਦੇ ਵਿੱਚ ਤੁਸੀਂ ਕੌਨਫਲਿਕਟ ਨੂੰ ਰੈਜ਼ੋਲੂਸ਼ਨ ਕਿਵੇਂ। ਬਿਕਾਜ਼ ਮੋਸਟ ਆਫ ਦਾ ਟਾਈਮ ਸਾਡੇ ਜਿਹੜੇ ਬਹੁਤ ਸਾਰੇ ਮਾਨਸਿਕ ਜ਼ਖਮ ਆ ਉਹ ਸਾਡੇ ਜਿਸ ਘਰ ਦੇ ਵਿੱਚ ਅਸੀਂ ਜਨਮ ਲਿਆ ਹੁੰਦਾ, ਜਿਸ ਘਰ ਦੇ ਵਿੱਚ ਅਸੀਂ ਪਲੇ ਬੜੇ ਹੁੰਦੇ ਆ, ਉੱਥੋਂ ਆਉਂਦੇ ਆ। ਐਂਡ ਫਿਰ ਕੀ ਉਹ ਸਾਡੇ ਵਿਆਹ ਵਾਲੀ ਜ਼ਿੰਦਗੀ ਦੇ ਵਿੱਚ ਵੀ ਐਂਟਰ ਹੁੰਦੇ ਆ, ਫਿਰ ਉਹ ਜਦੋਂ ਸਾਡੇ ਬੱਚੇ ਹੁੰਦੇ ਉਹਨਾਂ ਨਾਲ ਵੀ ਐਂਟਰ ਹੁੰਦੇ ਆ। ਸੋ ਅਸੀਂ ਆਪਦੇ ਮਾਨਸਿਕ ਜ਼ਖਮਾਂ ਨੂੰ ਰੈਕਗਨਾਈਜ਼ ਕਰਨਾ ਕਿ ਹੁਣ ਮੇਰੀ ਬਾਡੀ ਕਿਸੇ ਇਨਸਾਨ ਨੇ ਮੈਂ ਕਿਹਾ, ਸੋ ਆਪ ਦਾ ਰੋਲ ਦੇਖਣਾ, ਮੈਂ ਇਸ ਵਿੱਚ ਕੀ ਕਰ ਰਿਹਾ ਵਾਂ, ਮੈਂ ਇਸ ਸਿਚੁਏਸ਼ਨ ਦੇ ਵਿੱਚ ਕੀ ਕੰਟਰੀਬਿਊਟ ਕਰ ਰਿਹਾ, ਮੈਂ ਸਿਚੁਏਸ਼ਨ ਦੇ ਵਿੱਚ ਕੀ ਬਦਲਾ। ਬਿਕਾਜ਼ ਇਹ ਸਿਚੁਏਸ਼ਨ ਉਹਨਾਂ ਚਿਕ ਨਹੀਂ ਬਦਲ ਸਕਦੀ ਜਿੰਨਾ ਚਿਕ ਤੁਹਾਡਾ ਰੋਲ ਨਹੀਂ ਬਦਲਣਾ। ਸੋ ਫੋਰ ਐਗਜ਼ਾਮਪਲ ਜੇ ਤੁਸੀਂ ਪਹਿਲਾਂ ਕੁਰਸੀ 'ਤੇ ਬੈਠ ਕੇ ਕਿਸੇ ਨਾਲ ਗੱਲ ਕਰਦੇ ਸੀ, ਫਿਰ ਤੁਹਾਨੂੰ ਆਪਦਾ ਥਾਂ ਬਦਲਣਾ ਪੈਣਾ ਵਾ, ਆਪਦੀ ਕਿਸੇ ਹੋਰ ਥਾਂ 'ਤੇ ਬਹਿਣਾ ਪੈਣਾ ਤਾਂ ਜੋ ਸਿਚੁਏਸ਼ਨ ਬਦਲ ਸਕੇ ਜਾਂ ਜੋ ਸਰਕਮਸਟੈਂਸਸ ਬਦਲ। ਸੋ ਸਾਨੂੰ ਆਪਣਾ ਕੰਟਰੀਬਿਊਸ਼ਨ ਦੇਖਣਾ ਪੈਣਾ ਕਿ ਮੇਰਾ ਕੰਟਰੀਬਿਊਸ਼ਨ ਕੀ ਹੈ। ਫੋਰ ਐਗਜ਼ਾਮਪਲ ਜਦੋਂ ਮੇਰੀ ਮਦਰ ਨਾਲ ਉੱਚੀ ਬੋਲਦੀ ਆ, ਜਾਂ ਜਦੋਂ ਮੇਰਾ ਸਪਾਊਸ ਜਾਂ ਜਦੋਂ ਮੇਰਾ ਬੱਚਾ ਉੱਚੀ ਬੋਲਦਾ, ਗੁੱਸੇ 'ਚ ਜਾਂਦਾ, ਉਸੇ ਟਾਈਮ ਮੈਂ ਉੱਚੀ ਬੋਲਣ ਲੱਗ ਜਾਂਦੀ ਹਾਂ। ਐਂਡ ਹੁੰਦਾ ਕਿ ਉਹ ਫੇਲ ਹੋ ਜਾਂਦੀ ਹੈ, ਲੜਾਈ ਹੁੰਦੀ। ਸੋ ਫੋਰ ਐਗਜ਼ਾਮਪਲ ਜੇ ਤੁਸੀਂ ਇਹ ਦੇਖੋ ਕਿ ਜੇ ਤੁਹਾਡੀ ਮਦਰ ਇਨ ਲਾ ਜਾਂ ਤੁਹਾਡਾ ਸਪਾਊਸ ਬਹੁਤ ਉੱਚੀ ਬੋਲ ਰਿਹਾ ਵਾ, ਐਂਡ ਤੁਹਾਡਾ ਜਿਹੜਾ ਰਿਸਪੌਂਸ ਆ ਉਸਨੂੰ ਇਹ ਉੱਚੀ ਵਾਲਾ ਨਹੀਂ ਹੈਗਾ, ਕੀ ਹੋਊਗਾ, ਲੜਾਈ ਉੱਥੇ ਸਟਾਪ ਹੋ ਜੂ। ਸੋ ਬੇਸਿਕਲੀ ਜਿਹੜਾ ਤੁਹਾਡਾ ਨੋਰਮਲ ਰੋਲ ਸੀ, ਜਿਹੜਾ ਕਿ ਤੁਸੀਂ ਨੋਰਮਲੀ ਰਿਐਕਟ ਜਿਵੇਂ ਕਰਦੇ ਸੀ, ਨੋਰਮਲੀ ਜਿਵੇਂ ਤੁਸੀਂ ਕਿਸੇ ਨੂੰ ਰਿਸਪੌਂਸ ਕਰਦੇ ਸੀ, ਉਹ ਤੁਸੀਂ ਪਾਸੇ ਕਰ ਲਿਆ। ਐਂਡ ਉਹਦੇ ਨਾਲ ਪਾਸੇ ਕਰਨ ਦਾ ਕੀ ਹੋਇਆ, ਹੋਲ ਸਿਚੁਏਸ਼ਨ ਬਦਲ ਗਈ, ਸਾਰਾ ਸਰਕਮਸਟੈਂਸਸ ਬਦਲ ਗਿਆ। ਹੁਣ ਜਿਹੜੀ ਸਿਚੁਏਸ਼ਨ ਉਹ ਪਹਿਲਾਂ ਵਰਗੀ ਨਹੀਂ। ਸੋ ਇਹ ਸਭ ਤੋਂ ਪਹਿਲਾਂ ਤਾਂ ਜਾਣਨਾ ਬੜਾ ਜ਼ਰੂਰੀ ਆ ਕਿ ਕਿਸੇ ਵੀ ਹਾਲਾਤ ਨੂੰ ਬਦਲਣ ਲਈ ਆਪ ਦਾ ਰੋਲ ਪਛਾਣਨਾ ਜ਼ਰੂਰੀ ਆ ਕਿ ਮੇਰਾ ਇਸ ਦੇ ਵਿੱਚ ਕੀ ਰੋਲ ਸੀ। ਕਿਉਂਕਿ ਸਭ ਤੋਂ ਲਾਸਟ 'ਤੇ ਜਾਂ ਅਸੀਂ ਦੇਖਦੇ ਨਹੀਂ ਕਿ ਸਾਡਾ ਰੋਲ ਕੀ ਆ। ਸਾਰੀ ਜ਼ਿੰਦਗੀ ਅਸੀਂ ਇਹੀ ਆਪਦੀ ਜ਼ਿੰਦਗੀ ਸਪੈਂਡ ਕਰ ਸਕਦੇ ਦੂਸਰੇ ਇਨਸਾਨਾਂ ਦੇ ਵਿੱਚ ਬਲੇਮ ਕੱਢਣ ਲਈ ਕਿ ਉਸ ਇਨਸਾਨ ਨੇ ਇਸ ਟਾਈਮ 'ਤੇ ਆਹ ਕਰਨਾ ਸੀ, ਉਸ ਇਨਸਾਨ ਨੇ ਇਸ ਟਾਈਮ 'ਤੇ ਆਹ ਕਰਨਾ ਸੀ। ਪਰ ਅਸੀਂ ਆਪਣੀ ਜ਼ਿੰਦਗੀ ਦਾ ਥੋੜ੍ਹਾ ਜਿਹਾ ਹਿੱਸਾ ਵੀ ਨਹੀਂ ਇਸ ਚੀਜ਼ 'ਤੇ ਲਾਉਂਦੇ ਕਿ ਸਾਡਾ ਕੰਟਰੀਬਿਊਸ਼ਨ ਕੀ ਰਿਹਾ। ਇਹ ਜਿਹੜੀ ਲੜਾਈ ਹੋਈ, ਅਸੀਂ ਕਿਵੇਂ ਕੰਟਰੀਬਿਊਟ ਕੀਤਾ, ਸਾਡਾ ਰੋਲ ਕੀ ਰਿਹਾ, ਅਸੀਂ ਰਿਐਕਟ ਕਿਵੇਂ ਕੀਤਾ ਵਾ। ਕਿਉਂਕਿ ਜਿਹੜੀਆਂ ਸਾਰੀਆਂ ਇਹ ਜਦੋਂ ਤੁਹਾਨੂੰ ਕੋਈ ਦੂਸਰਾ ਇਨਸਾਨ ਟ੍ਰਿਗਰ ਕਰਦਾ ਨਾ, ਇਹ ਐਕਚੁਅਲੀ ਓਪਰਚੁਨਿਟੀ ਹੈ ਤੁਹਾਡੇ ਵਾਸਤੇ ਵੇਖਣ ਵਾਸਤੇ ਵੀ ਮੇਰੇ ਤੇ ਮਾਨਸਿਕ ਜ਼ਖਮ ਕੀ ਆ, ਮੈਂ ਕਿਹੜੀਆਂ ਚੀਜ਼ਾਂ ਦੇ ਵਿੱਚ ਕਿਵੇਂ ਰਿਐਕਟ ਕਰਦਾ, ਮੈਂ ਕਿਹੜੀਆਂ ਚੀਜ਼ਾਂ ਤੋਂ ਟ੍ਰਿਗਰਡ ਹੁੰਦਾ ਵਾਂ। ਇਹ ਐਜੂਕੇਸ਼ਨ ਆਪਦੇ ਅੰਦਰ ਜਾਣ ਦੀ, ਆਪਦੇ ਬਾਰੇ ਜਾਣਨ ਦੀ। ਕਈ ਚੀਜ਼ਾਂ ਮੈਨੂੰ ਵੀ, ਮੈਂ ਤੁਹਾਨੂੰ ਦੱਸਾਂ ਕਿ ਮੈਨੂੰ ਵੀ ਨਹੀਂ ਪਤਾ ਲੱਗਦਾ ਕਿ ਕਈ ਚੀਜ਼ਾਂ ਤੁਹਾਨੂੰ ਆਟੋਮੈਟਿਕਲੀ ਉਹੀ ਟ੍ਰਿਗਰ ਤੁਸੀਂ ਹੋ ਜਾਂਦੇ ਆ। ਤੁਹਾਨੂੰ ਪਤਾ ਵੀ ਨਹੀਂ ਹੁੰਦਾ ਵੀ ਇਹ ਚੀਜ਼ਾਂ 'ਤੇ ਤੁਸੀਂ ਟ੍ਰਿਗਰ ਹੋ ਸਕਦੇ। ਸੋ ਇਹ ਐਜੂਕੇਸ਼ਨ ਆਪਦੇ ਬਾਰੇ ਨੂੰ, ਇਵੇਂ ਤਾਂ ਅਸੀਂ ਆਪਦੇ ਆਪ ਨੂੰ ਜਾਣਦੇ ਹਾਂ ਕਿ ਕਿਹੜੀਆਂ ਚੀਜ਼ਾਂ ਸਾਡੇ ਸਰੀਰ ਨੂੰ ਐਮਰਜੈਂਸੀ ਮਾਨਸਿਕ ਮੋਡ 'ਚ ਪਾ ਸਕਦੀਆਂ ਵਾ, ਕਿਹੜੀਆਂ ਚੀਜ਼ਾਂ ਸਾਨੂੰ ਸਾਡੀ ਸ਼ਾਂਤੀ ਨੂੰ ਮਿੰਟਾਂ ਸਕਿੰਟਾਂ ਦੇ ਵਿੱਚ ਹੀ ਅਗਰੈਸ਼ਨ 'ਤੇ ਜਾਂ ਗੁੱਸੇ 'ਚ ਲੈ ਜਾਂਦੀਆਂ ਵਾ। ਇਹ ਜਾਣਨਾ ਸਾਡੀ ਮਾਨਸਿਕਤਾ ਵਾਸਤੇ ਬੜਾ ਜ਼ਰੂਰੀ ਆ ਤਾਂ ਜੋ ਅਸੀਂ ਉਹਨਾਂ ਚੀਜ਼ਾਂ 'ਤੇ ਵਰਕ ਕਰੀਏ। ਸੋ ਮੈਂ ਸਮਝਦੀ ਹਾਂ ਕਿ ਬਹੁਤ ਜ਼ਿਆਦਾ ਔਖਾ ਵਾ ਇਹ ਜਿਹੜਾ ਤੁਹਾਨੂੰ ਮੈਂ ਕਰਨ ਲਈ ਕਹਿ ਰਹੀ ਹਾਂ, ਆਪਦਾ ਰੋਲ ਪਛਾਣਨ ਲਈ ਕਹਿ ਰਹੀ ਹਾਂ। ਇਹ ਬਹੁਤ ਹਾਰਡ ਆ ਬਿਕਾਜ਼ ਮੈਂ ਜਦੋਂ ਪ੍ਰੈਕਟਿਸ ਕਰਦੀ ਹਾਂ, ਕਈ ਵਾਰ ਅਸੀਂ ਅਨਸਕਸੈਸਫੁਲ ਵੀ ਰਹਿੰਦੀ, ਕਈ ਵਾਰ ਮੈਂ ਵੀ ਅਨਸਕਸੈਸਫੁਲ ਰਹਿੰਦੀ ਹਾਂ। ਮੇਰੇ ਤੋਂ ਉਵੇਂ ਹੀ ਰਿਐਕਟ ਹੋ ਜਾਂਦਾ ਜਿਵੇਂ ਕਿ ਮੈਂ ਬਚਪਨ ਦੇ ਵਿੱਚ ਆਉਣਾ ਟਾਈਮ ਦੇ ਵਿੱਚ ਆਪਦੇ ਆਪ ਨੂੰ ਇੱਕ ਕੌਨਫਲਿਕਟ ਨੂੰ ਹੱਲ ਕਰਨਾ ਸਿੱਖਿਆ ਵਾ। ਪਰ ਸਾਨੂੰ ਲਰਨਿੰਗ ਬਦਲਣੀ ਪੈਣੀ ਹੈ। ਸਾਨੂੰ ਜਿਹੜੀਆਂ ਚੀਜ਼ਾਂ ਮਾਨਸਿਕਤਾ ਦੇ ਵਿੱਚ ਵਿਰਾਸਤ 'ਚ ਮਿਲੀਆਂ ਵੀ ਇਹ ਚੀਜ਼ਾਂ ਨਾਲ ਹੱਲ ਕਰਨੀਆਂ ਚੀਜ਼ਾਂ, ਉਹ ਸਾਨੂੰ ਬਦਲਣੀਆਂ ਪੈਣੀਆਂ ਵਾ। ਸੋ ਫੋਰ ਐਗਜ਼ਾਮਪਲ ਜਦੋਂ ਵੀ ਤੁਹਾਡੀ ਮਦਰ ਨਾਲ ਕੋਈ ਵੀ ਚੀਜ਼ ਉੱਚੀ ਬੋਲ ਕੇ ਕਹਿੰਦੀ, ਅਗਰੈਸ਼ਨ ਦੇ ਵਿੱਚ ਕਹਿੰਦੀ ਆ, ਆਪਦੇ ਆਪ 'ਚ ਵੇਖੋ
कि मैं ਇਹਦਾ ਰਿਸਪੌਂਡ ਕਿਵੇਂ ਕਰਦੀ ਹਾਂ। ਕਿਉਂਕਿ ਹਾਲਾਤ ਉਸ ਦਿਨ ਬਦਲਣਗੇ ਜਿਸ ਦਿਨ ਤੁਹਾਡਾ ਆਪ ਦਾ ਰੋਲ ਬਦਲ ਜੂਗਾ, ਜਿਸ ਦਿਨ ਤੁਹਾਡੀ ਆਪ ਦਾ ਦਿਮਾਗ ਬਦਲ ਜੂਗਾ, ਉਸ ਦਿਨ ਹਾਲਾਤ ਬਦਲ ਗਏ। ਸੋ ਆਪਦੇ ਆਪ 'ਚ ਫਸਟ ਪਹਿਲਾਂ ਰੈਕਗਨਾਈਜ਼ ਕਰਨਾ ਕਿ ਮੇਰੀ ਬੋਡੀ ਦੇ ਅੰਦਰ ਕੀ ਹੋ ਰਿਹਾ, ਮੇਰੀ ਅੰਦਰ ਇਹ। ਸੋ ਨੈਕਸਟ ਟਾਈਮ ਮੇ ਬੀ ਜਦੋਂ ਤੁਹਾਡੇ ਮਦਰ ਨਾਲ ਕੁਛ ਕਹਿੰਦੀ ਆ, ਓਪਰਚੁਨਿਟੀ ਮੰਨੋ ਕਿ ਨੈਕਸਟ ਟਾਈਮ ਮੈਂ ਇਹ ਜਾਣ ਪਾਊਂਗੀ ਕਿ ਮੇਰੇ ਅੰਦਰ ਕਿਹੜੀਆਂ ਕਿਹੜੀਆਂ ਚੀਜ਼ਾਂ ਹਜੇ ਦੁਖਦੀਆਂ ਵਾ, ਟ੍ਰਿਗਰ ਆ। ਬਿਕਾਜ਼ ਕਈ ਵਾਰ ਜਿਹੜੇ ਉਹ ਲੋਕ ਜਿਹੜੇ ਸਾਡੇ ਪਾਰਟਨਰ ਹੁੰਦੇ, ਸਾਡੇ ਬੱਚੇ ਹੁੰਦੇ ਆ, ਸਾਡੀ ਮਦਰ ਇਨ ਲਾਜ਼ ਹੁੰਦੀਆਂ, ਸਾਡੀਆਂ ਸਿਸਟਰ ਇਨ ਲਾਜ਼ ਹੁੰਦੀਆਂ, ਉਹ ਸਾਡੇ 'ਚ ਉਹ ਚੀਜ਼ਾਂ ਦਿਖਾਉਂਦੀਆਂ ਜਿਹੜੀਆਂ ਨਿਕਲ ਹੀ ਨਹੀਂ ਸਕਦੀਆਂ ਸਾਡੇ 'ਚੋਂ। ਉਹ ਸਾਡੇ ਉਹ ਚੀਜ਼ਾਂ ਸਾਡੇ 'ਚੋਂ ਕੱਢ ਦਿੰਦੇ, ਸਾਡੇ 'ਚੋਂ ਇਨਸਿਕਿਉਰਿਟੀ, ਡਰ, ਟਰਸਟ ਕੱਢ ਦਿੰਦੇ। ਸਡਨਲੀ ਇੱਕ ਮੈਂ ਮਦਰ ਨੂੰ ਮਿਲੀ ਅਤੇ ਉਹ ਨਿਊਲੀ ਮਦਰ ਬਣੇ ਅਤੇ ਉਹ ਕਹਿੰਦੇ ਮੈਨੂੰ ਤਾਂ ਪਤਾ ਹੀ ਨਹੀਂ ਸੀ ਮੇਰੇ 'ਚ ਇੰਨੇ ਡਰ ਆ, ਕਿਉਂਕਿ ਮੈਨੂੰ ਹਰ ਚੀਜ਼ 'ਤੇ ਹੁਣ ਡਰ ਲੱਗਦਾ ਆਪਦੇ ਬੱਚੇ ਨੂੰ ਲੈ ਕੇ। ਸੋ ਜੇ ਤੁਸੀਂ ਦੇਖੋ ਵੀ ਉਸ ਬੱਚੇ ਨੇ ਉਹਨਾਂ ਦੇ ਜਿਹੜੇ ਅੰਦਰ ਡਰ ਛੁਪੇ ਹੋਏ ਸੀ, ਉਸ ਬੱਚੇ ਨੇ ਉਹ ਡਰ ਕੱਢੇ ਆ। ਸੋ ਇਵੇਂ ਹੀ ਜਿਹੜੇ ਆਲੇ ਦੁਆਲੇ ਸਾਡੇ ਲੋਕ ਇਸ ਕੁਦਰਤ ਨੇ ਪਲੇਸ ਕੀਤੇ ਆ, ਉਹ ਕਿਤੇ ਨਾ ਕਿਤੇ ਸਾਨੂੰ ਆਪਦੇ ਬਾਰੇ ਜਾਣਕਾਰੀ ਜ਼ਿਆਦਾ ਦਿਵਾਉਂਦੇ ਆ, ਸਾਨੂੰ ਆਪਦੇ ਅੰਦਰ ਦੇਖਣ ਦੀ ਸ਼ਮਤਾ ਦਿਖਾਉਂਦੇ ਆ ਵੀ ਸਾਡੀਆਂ ਬਾਉਂਡਰੀਜ਼ ਕਿਹੜੀਆਂ ਕ੍ਰਾਸ ਕੀਤੀਆਂ ਗਈਆਂ, ਕਿਹੜੀਆਂ ਚੀਜ਼ਾਂ ਸਾਡੇ ਬਚਪਨ ਦੇ ਵਿੱਚ, ਜਿਸ ਘਰ ਦੇ ਵਿੱਚ ਅਸੀਂ ਜੰਮੇ ਪਲੇ ਹਾਂ, ਅਸੀਂ ਉਹਨਾਂ ਦੇ ਵਿੱਚ ਨੈਗੇਟਿਵਿਟੀ ਦੇਖੀ ਆ, ਜਾਂ ਉਸ ਘਰ ਦੇ ਵਿੱਚ ਅਸੀਂ ਬਹੁਤ ਸਾਰਾ ਕੋਈ ਵੀ ਕਿਸੇ ਵੀ ਤਰੀਕੇ ਦੀ ਲੜਾਈ ਜਾਂ ਕੌਨਫਲਿਕਟ, ਜਾਂ ਉੱਥੇ ਲੋਕਾਂ ਨੇ ਸਾਨੂੰ ਵਧੀਆ ਨਹੀਂ ਟਰੀਟ ਕੀਤਾ, ਜਾਂ ਅਸੀਂ ਨਹੀਂ ਵਧੀਆ ਅਸੀਂ ਦੇਖਿਆ ਕਿਸੇ ਨੂੰ ਸਾਡੇ ਮਾਮ ਜਾਂ ਡੈਡ ਨੂੰ ਟਰੀਟ ਵਧੀਆ ਨਾ ਕਰਦੇ ਹੋਏ। ਸੋ ਆਪਦੀ ਬੋਡੀ ਨੂੰ ਪਛਾਣੋ ਕਿ ਇੱਥੇ ਮੇਰਾ ਜ਼ਖਮ ਆ। ਹੁਣ ਜਦੋਂ ਜਿਹੜੀ ਚੀਜ਼ ਮੇਰੀ ਮਦਰ ਇਨ ਲਾ ਨੇ ਕਹੀ ਆ ਮੇਰੇ ਸਿੱਧੀ ਦਿਲ 'ਤੇ ਵੱਜੀ ਆ। ਐਂਡ ਜਦੋਂ ਤੁਸੀਂ ਆਪਦੇ ਅੰਦਰ ਜਾਣ ਲੱਗ ਕੇ, ਬੜੀ ਨੈਚੁਰਲ ਅਤੇ ਸੁਭਾਵਿਕ ਚੀਜ਼ ਆ ਕਿ ਤੁਹਾਡਾ ਜਿਹੜਾ ਰਿਐਕਸ਼ਨ ਆ ਬਾਹਰ ਨਿਕਲਣਾ ਬੰਦ ਹੋ ਜਾਊਗਾ। ਐਂਡ ਤੁਸੀਂ ਆਪਦੇ ਆਪ ਨੂੰ ਬਦਲਣ ਦੀ ਕੋਸ਼ਿਸ਼ 'ਤੇ ਲੱਗ ਜਾਓਗੇ, ਆਪਦੇ ਆਪ ਨੂੰ ਤੁਸੀਂ ਅਵੇਅਰ ਕਰਨ ਦੀ ਪ੍ਰੋਸੈਸ 'ਤੇ ਲੱਗ ਜਾਓਗੇ। ਐਂਡ ਜਦੋਂ ਤੁਸੀਂ ਆਪਦੇ ਅੰਦਰ ਦੇਖਣ ਲੱਗ ਗਏ, ਫਿਰ ਤੁਸੀਂ ਆਪਣੇ ਕਾਉਂਸਲਰ ਆਪ ਬਣ ਸਕਦੇ ਹੋ। ਫਿਰ ਤੁਸੀਂ ਆਪਦੇ ਕਾਉਂਸਲਰ ਆਪ ਬਣ ਜਾਣੇ ਤਾਂ ਬਹੁਤ ਸਾਰੇ ਤੁਸੀਂ ਫੀ ਸੇਵ ਕਰ ਸਕਦੇ ਹੋ, ਬਿਕਾਜ਼ ਕਾਉਂਸਲਿੰਗ ਇਜ਼ ਐਕਸਪੈਂਸਿਵ। ਸੋ ਜਦੋਂ ਤੁਸੀਂ ਆਪਦੇ ਅੰਦਰ ਜਾਣ ਲੱਗ ਗਏ, ਤੁਸੀਂ ਆਪਦੇ ਕਾਉਂਸਲਰ ਆਪ ਬਣ ਜਾਂਦੇ ਹੋ, ਕਿਉਂਕਿ ਹੁਣ ਤੁਸੀਂ ਆਪਦੇ ਮਾਨਸਿਕ ਜ਼ਖਮ ਆਪ ਦੇਖਣ ਲੱਗ ਗਏ। ਸੋ ਮੈਂ ਰੈਕਮੈਂਡ ਕਰੂੰਗੀ ਇਸ ਇਹਨਾਂ ਨੂੰ ਜਿਨ੍ਹਾਂ ਨੇ ਕੁਐਸਚਨ ਸਾਨੂੰ ਭੇਜਿਆ ਵਾ ਕਿ ਆਪਦੇ ਰਿਐਕਸ਼ਨ ਵੱਲ ਵੇਖੋ ਕਿ ਜਦੋਂ ਵੀ ਉਹ ਮੈਨੂੰ ਕਹਿੰਦੇ ਆ ਮੇਰਾ ਕੀ ਰਿਐਕਸ਼ਨ ਹੁੰਦਾ, ਮੇਰੀ ਬਾਡੀ ਦਾ ਕੀ ਰਿਐਕਸ਼ਨ ਹੁੰਦਾ ਵਾ। ਐਂਡ ਓਬਵੀਅਸਲੀ ਜੇ ਐਕਸਟ੍ਰੀਮ ਆ ਚੀਜ਼ਾਂ ਜਾਂ ਕਿਸੇ ਵੀ ਤਰੀਕੇ ਨਾਲ ਇੱਕ ਥੈਰੇਪਿਸਟ ਦੀ ਤੁਸੀਂ ਮਦਦ ਲੈ ਸਕਦੇ ਹੋ, ਕਾਉਂਸਲਰ ਦੀ ਮਦਦ ਲੈ ਸਕਦੇ ਹੋ। ਉਹ ਤੁਹਾਨੂੰ ਪ੍ਰੋਪਰਲੀ ਗਾਈਡਡ ਟੈਕਨੀਕਸ ਦੇਣਗੇ। ਕਈ ਵਾਰ ਔਖਾ ਹੁੰਦਾ ਆਪਦੇ ਆਪ ਦੀ ਉਹ ਹਾਲਾਤ ਜਾਂ ਸਿਚੁਏਸ਼ਨ ਨੂੰ ਦੇਖਣਾ, ਵੀ ਕਿ ਜਿੱਥੇ ਅਸੀਂ ਖੜੇ ਹੋਈਏ ਉਸ ਥਾਂ ਨੂੰ ਦੇਖਣਾ ਔਖਾ ਹੁੰਦਾ। ਜਿਹੜਾ ਦੂਸਰਾ ਇਨਸਾਨ ਪਾਸੇ 'ਤੇ ਥੋੜ੍ਹਾ ਖੜਾ ਹੁੰਦਾ, ਉਹ ਸਾਡੀ ਸਿਚੁਏਸ਼ਨ ਨੂੰ ਬੈਟਰ ਦੇਖ ਸਕਦਾ ਵਾ। ਸੋ ਦੂਸਰੇ ਲੋਕਾਂ ਦਾ ਵੀ ਪਰਸਪੈਕਟਿਵ ਲਵੋ, ਪਰ ਥੈਰੇਪਿਸਟ ਕੋਲ ਵੀ ਜਾਓ, ਪਰ ਆਪਣਾ ਰੋਲ ਪਛਾਣੋ ਕਿ ਮੇਰਾ ਰੋਲ ਕੀ ਹੈ ਇਸ ਚੀਜ਼ ਦੇ ਵਿੱਚ। ਐਂਡ ਮੈਂ ਆਪ ਦਾ ਸਿਰਫ ਉਹੀ ਰੋਲ ਬਦਲਣਾ। ਐਂਡ ਜਦੋਂ ਮੈਂ ਆਪ ਦਾ ਰੋਲ ਬਦਲਿਆ, ਬੜੀ ਸੁਭਾਵਿਕ ਜੀ ਚੀਜ਼ ਹੈ ਕਿ ਜਿਹੜੇ ਦੂਸਰੇ ਇਨਸਾਨ ਆ ਉਹਨਾਂ ਦਾ ਰੋਲ ਬਦਲ ਜੂਗਾ। ਫੋਰ ਐਗਜ਼ਾਮਪਲ ਜਦੋਂ ਤੁਸੀਂ ਸਬਜ਼ੀ ਆ, ਜਦੋਂ ਤੁਸੀਂ ਨੂਣ ਘੱਟ ਪਾਤਾ ਅਤੇ ਜਿਹੜੀਆਂ ਦੂਜੀਆਂ ਇਨਗਰੀਡੀਅੰਟਸ ਆ ਉਹਨਾਂ ਦਾ ਵੀ ਫਰਕ ਪੈ ਜਾਊਗਾ। ਸੋ ਇਹ ਬੜਾ ਜ਼ਰੂਰੀ ਹੈ ਕਿ ਸਾਡਾ ਰੋਲ ਕੀ ਆ, ਅਸੀਂ ਇਸ ਥਾਂ 'ਤੇ ਕਿਵੇਂ ਆਉਣੇ ਆ, ਅਸੀਂ ਇਸ ਨੂੰ ਕਿਵੇਂ ਟੈਕਲ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਬਿਕਾਜ਼ ਜੇ ਅਸੀਂ ਹਰ ਵਾਰੀ ਉਸੇ ਤਰੀਕੇ ਨਾਲ ਟੈਕਲ ਕਰਨ ਦੀ ਕੋਸ਼ਿਸ਼ ਕੀਤੀ ਹੈ, ਹਰ ਵਾਰੀ ਸਾਨੂੰ ਲੜਾਈ ਮਿਲੀ ਆ, ਇਹਦਾ ਮਤਲਬ ਉਹ ਚੀਜ਼ ਸਾਡੇ ਹੱਲ ਨਹੀਂ ਕਰ ਰਹੀ। ਉਹ ਅਨਹੈਲਥੀ ਕੋਪਿੰਗ ਅਨਹੈਲਥੀ ਪੈਟਰਨ ਜਿਹੜਾ ਸਾਨੂੰ ਮੇਬੀ ਉਹਦੀ ਥਾਂ 'ਤੇ ਸਾਨੂੰ ਨਵਾਂ ਪੈਟਰਨ ਬਣਾਉਣਾ ਪੈਣਾ ਵਾ। ਸੋ ਆਪਦੇ ਬਾਰੇ ਆਪਦੇ ਅੰਦਰ ਦੇਖਣ ਦੀ ਕੋਸ਼ਿਸ਼ ਕਰੋ। ਇਹ ਬਹੁਤ ਔਖਾ ਵਾ, ਬਹੁਤ ਬਹੁਤ ਔਖਾ ਵਾ, ਜਿੰਨਾ ਵੀ ਔਖਾ ਕਹਿ ਲਓ ਉਨਾ ਹੀ ਔਖਾ ਵਾ। ਪਰ ਇਹ ਚੀਜ਼ ਦੇ ਨਾਲ ਤੁਸੀਂ ਜਦੋਂ ਕਰਨ ਲੱਗ ਗਏ, ਉਦੋਂ ਤੁਹਾਨੂੰ ਥੋੜ੍ਹਾ ਸੌਖਾ ਵੀ ਲੱਗਣ ਲੱਗ ਜੂਗਾ। ਸੋ ਆਪਦੇ ਆਪ ਨੂੰ ਪਛਾਣਨਾ, ਤੁਸੀਂ ਡੀਪ ਬਰੀਥਿੰਗ ਕਰ ਸਕਦੇ ਹੋ, ਆਪਦੀ ਬਾਡੀ ਦੇ ਵਿੱਚ ਜਾ ਕੇ ਸਕੈਨ ਕਰ ਸਕਦੇ ਹੋ ਕਿ ਕਿੱਥੇ ਕੁ ਮੇਰੇ ਟ੍ਰਿਗਰਿੰਗ ਹੋ ਰਹੀ ਆ। ਮੇਰੇ ਕਈ ਲੋਕਾਂ ਦੇ ਢਿੱਡ 'ਚ ਟ੍ਰਿਗਰਿੰਗ ਹੁੰਦੀ ਆ, ਕਈ ਲੋਕਾਂ ਦੇ ਸਿਰ 'ਤੇ ਹੁੰਦੀ ਆ, ਕਈ ਲੋਕਾਂ ਦੀ ਬਾਡੀ ਹੀਟ, ਉਹਨਾਂ ਦੀ ਲੱਤ ਦੁਖਦੀ ਹੈ ਮਾਂ। ਸੋ ਉਸ ਜਿਹੜਾ ਪਾਰਟ ਆ ਤੁਸੀਂ ਉੱਥੇ ਆਪਦੇ ਹੱਥ ਆਪਦਾ ਹੱਥ ਰੱਖ ਸਕਦੇ ਹੋ। ਐਂਡ ਮਸਾਜ ਹੌਲੀ ਹੌਲੀ ਆਪਦੇ ਆਪ ਨੂੰ ਥੋੜ੍ਹਾ ਮਸਾਜ ਕਰਕੇ ਹੋਊਗਾ ਕਿ ਜਿਹੜੀ ਤੁਹਾਡੀ ਬਾਡੀ ਆ, ਮਾਨਸਿਕ ਸਥਿਤੀ ਆ ਜਿਹੜੀ, ਉਹ ਫਾਈਟ ਐਂਡ ਫਲਾਈਟ ਮੋਡ ਦੇ ਵਿੱਚੋਂ ਨਿਕਲ ਆਊਗੀ। ਹਾਂ, ਜਦੋਂ ਨਿਕਲ ਆਈ ਉਦੋਂ ਤੁਸੀਂ ਇੱਕ ਸ਼ਾਂਤ ਅਵਸਥਾ ਦੇ ਵਿੱਚ ਕਿਸੇ ਨਾਲ ਗੱਲ ਕਰ ਸਕਦੇ ਹੋ ਕਿ ਆਈ ਰੀਅਲੀ ਡੋਂਟ ਲਾਈਕ ਕਿ ਤੁਸੀਂ ਮੇਰੇ ਨਾਲ ਇੱਦਾਂ ਗੱਲ ਕਰਦੇ ਹੋ। ਜੇ ਤੁਸੀਂ ਮੈਨੂੰ ਕੁਝ ਕਹਿਣਾ ਚਾਹੁੰਦੇ ਹੋ ਤਾਂ ਮੈਂ ਸੁਣਨ ਲਈ ਤਿਆਰ ਹਾਂ, ਪਰ ਪਲੀਜ਼ ਜਿਵੇਂ ਤੁਸੀਂ ਇੱਦਾਂ ਐਂਡ ਤੁਸੀਂ ਦੇਖਿਓ ਕਿ ਜਿਹੜਾ ਦੂਸਰੇ ਇਨਸਾਨ ਦਾ ਰੋਲ ਆ ਉਹ ਕਿਵੇਂ ਬਦਲਦਾ, ਕਿਉਂਕਿ ਪਹਿਲਾਂ ਤੁਹਾਡਾ ਰੋਲ ਬਦਲ ਚੁੱਕਿਆ। ਸੋ ਆਈ ਹੋਪ ਤੁਹਾਡੀ ਇਸ ਚੀਜ਼ ਨੇ ਹੈਲਪ ਕੀਤੀ ਹੋਊਗੀ। ਸੋ ਪਲੀਜ਼ ਕੋਈ ਹੋਰ ਵੀ ਕੁਐਸਚਨਸ ਹੋਵੇ ਤੁਸੀਂ ਸਾਡੀ ਵੈਬਸਾਈਟ 'ਤੇ ਜਾ ਕੇ ਲੀਵ ਮੈਸੇਜ ਕਰ ਸਕਦੇ ਹੋ, ਜਾਂ ਸਾਡੇ ਫੇਸਬੁੱਕ ਜਾਂ ਕਿਸੇ ਵੀ ਸਾਡੇ ਹੋਰ ਪਲੇਟਫਾਰਮ 'ਤੇ ਤੁਸੀਂ ਮੈਸੇਜ ਛੱਡ ਸਕਦੇ ਹੋ। ਐਂਡ ਅਸੀਂ ਉਸ ਕੁਐਸਚਨ ਨੂੰ ਟੈਕਲ ਕਰਨ ਦੀ ਕੋਸ਼ਿਸ਼ ਕਰਾਂਗੇ।
ਥੈਂਕ ਯੂ ਐਵਰੀਵਨ, ਬਾਏ।